ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਅਪਡੇਟ ਕੈਲੀਫੋਰਨੀਆ 'ਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 22 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਨਵੀਂ ਪਲਾਨ ਜਿਹੜੀ ਆ ਅਨਾਉਂਸ ਕੀਤੀ ਆ, ਜਿਹਦੇ ਮੁਤਾਬਕ ਨਵੇਂ ਨੇਵੀ ਦੇ ਜਿਹੜੇ ਵਾਰਸ਼ਿਪਸ ਆ ਉਹ ਬਣਾਏ ਜਾਣਗੇ ਜਾਂ ਖਰੀਦੇ ਜਾਣਗੇ ਤੇ ਉਹਨਾਂ ਦਾ ਨਾਂ ਜਿਹੜਾ ਹੈ ਟਰੰਪ ਕਲਾਸ ਕਰਕੇ ਰੱਖਿਆ ਜਾਊਗਾ। ਤੇ ਉਹ ਕਹਿੰਦੇ ਆ ਵੀ ਜਿਹੜੇ 100 ਟਾਈਮਸ ਮੋਰ ਪਾਵਰਫੁਲ ਹੋਊਗਾ ਦੈਨ ਪ੍ਰੀਵੀਅਸ ਯੂਐਸ ਬਿਲਟ ਵਾਰਸ਼ਿਪ। ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਹੈਕਸਸ ਦੇ ਵੀ ਉੱਥੇ ਸੀਗਾ ਜਦੋਂ ਜਿਸ ਟਾਈਮ ਦੇ ਉੱਤੇ ਜਿਹੜੇ ਸੈਕਟਰੀ ਆਫ ਡਿਫੈਂਸ ਜਾਂ ਸੈਕਟਰੀ ਆਫ ਵਾਰ ਉਹ ਅਨਾਉਂਸ ਕੀਤਾ ਹੈਗਾ। ਕਹਿੰਦੇ ਵੀ ਅਸੀਂ ਕੰਸਟਰਕਸ਼ਨ 2 ਵਾਰਸ਼ਿਪ ਦੀ ਜਿਹੜੀ ਆ ਬੈਟਲਸ਼ਿਪ ਦੀ ਤੇ ਸ਼ੁਰੂ ਕਰਾਂਗੇ। 20 ਤੋਂ 25 ਨਵੇਂ ਬੈਟਲਸ਼ਿਪਸ ਜਿਹੜੇ ਆ ਉਹ ਬਣਾਏ ਜਾਣਗੇ। ਜੌਨ ਫੀਲਨ ਨੇਵੀ ਸੈਕਟਰੀ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਾਡੇ ਐਡਵਰਸਰੀਜ਼ ਆ ਉਹਨਾਂ ਨੂੰ ਪਤਾ ਆ ਵੀ ਜਿਹੜਾ ਸੀ ਦੇ ਵਿੱਚ ਜਿਹੜੇ ਨਵੇਂ ਬਣਾਏ ਜਾਊਗੇ ਟਰੰਪ ਕਲਾਸ ਯੂਐਸਐਸ ਡਿਫਾਇੰਟ, ਇਹ ਇੱਕ ਬਹੁਤ ਹੀ ਸਟਰੋਂਗ ਹੋਣਗੇ। ਸੋ ਯੂਐਸ ਇੰਸਟੀਚਿਊਟ ਆਫ ਪੀਸ ਜਿਹੜੀ ਵਾਸ਼ਿੰਗਟਨ ਆ, ਉਸ ਨੂੰ ਆਲਰੇਡੀ ਟਰੰਪ ਨੇ ਆਪਣੇ ਨਾਂ ਦੇ ਅੰਡਰ ਚੇਂਜ ਕਰ ਲਿਆ ਹੈਗਾ ਤੇ ਟਰੰਪ ਕੈਨੇਡੀ ਸੈਂਟਰ। ਤੇ ਉਸ ਤੋਂ ਬਿਨਾਂ ਹੁਣ ਜਿਹੜੇ ਵੈਸਲਸ ਬਣੇ ਜਾ ਰਹੇ ਆ, ਜਿਹੜੇ ਸਮੁੰਦਰੀ ਜਹਾਜ਼ ਹੋਊਗੇ ਜਿਹੜੇ ਲੜਾਈ ਵਾਲੇ ਆ, ਉਹਨਾਂ ਦਾ ਨਾਂ ਵੀ ਜਿਹੜਾ ਟਰੰਪ ਕਲਾਸ ਬੈਟਲਸ਼ਿਪ ਰੱਖਿਆ ਜਾਊਗਾ। ਜੀ, ਯੂਜਲੀ ਕਹਿੰਦੇ ਵੀ ਇਦਾਂ ਕੀਤਾ ਨਹੀਂ ਜਾਂਦਾ ਵੀ ਸਿਟਿੰਗ ਪ੍ਰੈਜ਼ੀਡੈਂਟ ਆਪਣੇ ਨਾਂ ਦੇ ਉੱਤੇ ਹੀ ਜਿਹੜੇ ਨੇਵੀ ਦੇ ਜਿਹੜੇ ਸ਼ਿਪਸ ਦੀ ਕਲਾਸ ਆ ਉਹ ਕਰੇ। ਜਿੱਦਾਂ ਭੈਣ ਮਾਇਆਵਤੀ ਆਪਣੇ ਜਿਉਂਦੇ ਜੀ ਆਪਣੇ ਬੁੱਤ ਤੇ ਉਹ ਸਾਰਾ ਕੁਛ ਜਿੱਦਾਂ ਉਹ ਕਰ ਰਹੀ ਸੀ, ਕਿਤੇ ਨਾ ਕਿਤੇ ਟਰੰਪ ਹੋਣਾ ਨੇ ਕੈਨੇਡੀ ਸੈਂਟਰ ਦੇ ਮੂਹਰੇ ਨਾਂ ਲਾਉਣਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਰਨੀਆਂ, ਟਰੰਪ ਕਾਰਡ ਜਿਹੜਾ ਉਸ ਦਾ ਨਾਮ ਦੇਣਾ, ਹਰ ਇੱਕ ਚੀਜ਼ ਆਪਣੇ ਨਾਮ ਨੂੰ ਜਿਹੜਾ ਉਹ ਪੇਸ਼ ਕਰਨ ਦੀ ਇੱਕ ਦੌੜ ਉਹਨਾਂ ਦੇ ਅੰਦਰ ਜ਼ਰੂਰ ਲੱਗੀ ਜਿਹੜੀ ਉਹ ਹੋਈ ਹੈਗੀ ਆ। ਸੋ ਕਹਿੰਦੇ ਵੀ ਕਨਵੈਨਸ਼ਨ ਨੂੰ ਜ਼ਰੂਰ ਉਹਨਾਂ ਨੇ ਇਤਿਹਾਸਿਕ ਜਿਹੜੇ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਸੀ ਉਸ ਨੂੰ ਜ਼ਰੂਰ ਉਹਨਾਂ ਨੇ ਤੋੜਿਆ ਹੈਗਾ। ਸ਼ਿਪਸ ਦੀ ਜ਼ਰੂਰਤ ਆ, ਵਾਰਸ਼ਿਪਸ ਦੀ ਕਹਿੰਦੇ ਵੀ ਖਾਸੀ ਜ਼ਰੂਰਤ ਆ ਅਮਰੀਕਾ ਨੂੰ, ਖਾਸ ਕਰਕੇ ਉਸ ਟਾਈਮ ਦੇ ਉੱਤੇ ਜਦੋਂ ਚਾਈਨਾ ਵਾਲੇ ਲਗਾਤਾਰ ਆਪਣੀ ਜਿਹੜੀ ਨੇਵੀ ਫੋਰਸ ਆ, ਨੇਵਲ ਫੋਰਸ ਆ, ਉਸ ਨੂੰ ਬਹੁਤ ਜ਼ਿਆਦਾ ਮਜ਼ਬੂਤ ਸਟਰੋਂਗ ਕਰਦੇ ਜਿਹੜੇ ਉਹ ਆ ਰਹੇ ਆ। ਅਕਸਰ ਇਹ ਦੇਖਿਆ ਗਿਆ ਵੀ ਜਿਹੜੇ ਸਾਊਥ ਚਾਈਨਾ ਸੀ, ਜਾਪਾਨ ਦੇ ਇਰਦ ਗਿਰਦ ਦੇ ਪਾਣੀਆਂ ਦਾ ਜਿਹੜਾ ਇਲਾਕਾ ਪੈਸੀਫਿਕ ਦੇ ਵਿੱਚ, ਉੱਥੇ ਇਹਨਾਂ ਦੀ ਅਕਸਰ ਭਿਣਤ ਜਿਹੜੀ ਆ ਉਹ ਚਾਈਨਾ ਦੀ ਨੇਵੀ ਦੇ ਨਾਲ ਜਿਹੜੀ ਉਹ ਹੋ ਜਾਂਦੀ ਆ। ਇਰਦ ਗਿਰਦ ਜਿਹੜੇ ਇਸ ਦੂਜੇ ਦੇ ਮੰਡਰਾਉਂਦੇ ਰਹਿੰਦੇ ਆ ਤੇ ਅਮਰੀਕਨ ਇੰਟੈਲੀਜੈਂਸ ਬਾਰ-ਬਾਰ ਉਸਨੇ ਦੁਹਾਈ ਜਿਹੜੀ ਉਹ ਪਾਉਂਦੇ ਰਹੇ ਆ ਵੀ ਯੂਐਸ ਦੀ ਜਿਹੜੀ ਨੇਵੀ ਆ ਉਹ ਕਾਫੀ ਪਛੜ ਰਹੀ ਆ ਤਕਨੀਕ ਤੇ ਜਿਹੜੀ ਇੱਕ ਕੈਪੈਸਿਟੀ ਦੇ ਮੁਕਾਬਲੇ। ਸੋ ਇਹ ਇਸ ਪੱਖੋਂ ਜਿਹੜਾ ਇੱਕ ਜ਼ਰੂਰ ਅਹਿਮ ਫੈਸਲਾ ਆ ਵੀ ਨਵੇਂ ਜਿਹੜੇ ਵੈਸਲਸ ਆ ਉਹ ਬਣਾਏ ਜਾਣਗੇ। ਅਗਲੀ ਜਿਹੜੀ ਖਬਰ ਆ ਉਹ ਆ ਰਹੀ ਆ ਮੈਕਸੀਕੋ ਦੇ ਜਿਹੜੇ ਨੇਵੀ ਪਲੇਨ ਦੇ ਨਾਲ ਸੰਬੰਧਿਤ। ਕਹਿੰਦੇ ਵੀ ਇੱਕ ਮੈਡੀਕਲ ਮਿਸ਼ਨ ਦੇ ਉੱਤੇ ਮੈਕਸੀਕੋ ਦਾ ਇੱਕ ਨੇਵੀ ਪਲੇਨ ਆ ਉਹ ਉਡਾਨ ਉਸਨੇ ਭਰੀ ਸੀ, ਪਰ ਟੈਕਸਸ ਦੇ ਵਿੱਚ ਉਹ ਹਾਦਸਾਗ੍ਰਸਤ ਹੋ ਗਿਆ। ਗੈਲਵਸਟਨ ਬੇ ਦੇ ਵਿੱਚ ਕਹਿੰਦੇ ਵੀ ਹਾਦਸਾਗ੍ਰਸਤ ਹੋ ਗਿਆ ਤੇ ਘੱਟੋ ਘੱਟ 4 ਜਾਣਿਆਂ ਦੀ ਮੌਤ ਦੀ ਖਬਰ ਦੱਸੀ ਜਾ ਰਹੀ ਆ। ਇਸ ਜਹਾਜ਼ ਦੇ ਵਿੱਚ 8 ਜਾਣੇ ਕੁੱਲ ਸਵਾਰ ਸੀ, ਜਿਨ੍ਹਾਂ 'ਚ 2 ਪਾਇਲਟ ਸੀਗੇ। ਜਿਹੜੇ ਗੈਲਵਸਟਨ ਕਾਊਂਟੀ ਦੇ ਸ਼ੈਰਿਫ ਜਿਮੀ ਫੋਲਨ, ਉਹਨਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਇੱਕ ਪੀਡੀਐਟ੍ਰਿਕ ਬਰਨ ਪੇਸ਼ੈਂਟ ਯਾਨੀ ਕਿ ਪੀਡੀਐਟ੍ਰਿਕ ਯਾਨੀ ਕਿ ਬੱਚਾ ਛੋਟੀ ਉਮਰ ਦਾ,
ਉਹ ਔਨ ਬੋਰਡ ਸੀਗਾ, ਉਸ ਨੂੰ ਸ਼ਾਇਦ ਇੱਕ ਥਾਂ ਤੋਂ ਦੂਜੇ ਥਾਂ ਲਿਜਾਇਆ ਜਾ ਰਿਹਾ ਸੀਗਾ। ਸੋ ਮੈਕਸੀਕਨ ਨੇਵੀ ਨੇ ਕਨਫਰਮ ਕੀਤਾ ਵੀ ਰੈਸਕਿਊ ਤੇ ਸਰਚ ਆਪਰੇਸ਼ਨ ਉਹ ਇਸ ਟਾਈਮ ਚੱਲ ਰਹੇ ਆ, ਤੇ ਇਹਨਾਂ ਦੇ 에ਅਰਕ੍ਰਾਫਟ ਦੇ ਨਾਲ ਇਹ ਕਿਹੜਾ ਇਨਸੀਡੈਂਟ ਵਾਪਰਿਆ ਆ ਜਦ ਗੈਲਵਸਟਨ ਦੇ ਨਜ਼ਦੀਕ ਪਹੁੰਚੇ ਹੋਏ ਸੀ। ਇਹ ਸਾਊਥ ਈਸਟ 50 ਮੀਲ ਦੂਰ ਪੈਂਦਾ ਆ, ਜਿਹੜਾ ਉਹ ਦੱਖਣ ਪੂਰਬ ਵਾਲੇ ਪਾਸੇ ਹਿਊਸਟਨ ਤੋਂ। ਸੋ ਇੱਕ ਡਾਈਵ ਟੀਮ, ਕ੍ਰਾਈਮ ਸੀਨ ਯੂਨਿਟ, ਡਰੋਨ ਯੂਨਿਟ ਤੇ ਹੋਰ ਪੈਟਰੋਲਸ ਉੱਥੇ ਰਿਸਪੌਂਡ ਕਰ ਰਹੇ ਆ। ਸ਼ੈਰਿਫ ਆਫਿਸ ਨੇ ਜਿਹੜਾ ਆ ਇਹ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਸੋ ਹਾਲ ਦੀ ਘੜੀ ਇਸ ਦੇ ਬਾਰੇ ਇੰਨੀ ਹੀ ਜਾਣਕਾਰੀ ਪ੍ਰਾਪਤ ਹੋ ਰਹੀ ਆ ਵੀ ਮੈਕਸੀਕੋ ਨੇਵੀ ਪਲੇਨ ਜੋ ਕਿ ਇੱਕ ਮੈਡੀਕਲ ਮਿਸ਼ਨ ਦੇ ਤੇ ਸੀਗਾ, ਜਿਸ ਦੇ ਵਿੱਚ ਇੱਕ ਛੋਟੀ ਉਮਰ ਦੇ ਬੱਚੇ ਨੂੰ ਟਰਾਂਸਫਰ ਕੀਤਾ ਜਾ ਰਿਹਾ ਸੀ ਪੇਸ਼ੈਂਟ ਨੂੰ, ਉਹ ਹਾਦਸਾਗ੍ਰਸਤ ਹੋ ਗਿਆ, ਜਿਸ 'ਚ 4 ਜਣਿਆਂ ਦੀ ਘੱਟੋ ਘੱਟ ਮੌਤ ਹੋਈ ਦੱਸੀ ਜਾਂਦੀ ਆ। ਇੱਕ 35 ਸਾਲਾਂ ਦੇ ਬੰਦੇ ਦੀ ਮੌਤ ਹੋ ਗਈ ਆ, ਟ੍ਰਿਪਲ ਸ਼ੂਟਿੰਗ ਹੋਈ ਆ ਸੈਂਟਰਲ ਫ੍ਰਿਜ਼ਨੋ ਦੇ ਵਿੱਚ। 35 ਸਾਲਾਂ ਦਾ ਮਰੀਆਨੋ ਕਵੇਰਾ ਨਾਮ ਦਾ ਬੰਦਾ ਆ, ਉਹ ਦੱਸਿਆ ਗਿਆ ਹੈ ਜਿਸ ਦੀ ਮੌਤ ਹੋਈ ਹੈ। ਸ਼ੂਟਿੰਗ ਕਹਿੰਦੇ ਵੀ ਇਹ ਸੰਡੇ ਆਫਟਰਨੂਨ ਹੋਈ ਸੀ ਪਲੇਜ਼ੈਂਟ ਵਿਲੇਜ ਅਪਾਰਟਮੈਂਟਸ ਦੇ ਵਿੱਚ, ਜੋ ਪਲੇਜ਼ੈਂਟ ਤੇ ਫਿਡੋਰਾ ਐਵਨਿਊ ਦੇ ਉੱਤੇ ਹੈਗੀ ਆ। ਤੇ ਇੱਕ ਬੰਦੇ ਨੇ ਜਿਹੜੀ ਆ ਗਨ ਦੂਜਿਆਂ ਤੇ ਪੁੱਲ ਕਰ ਲਈ ਸੀ। ਬਾਅਦ ਦੇ ਵਿੱਚ ਜਿਹੜੇ ਆ 2 ਜਣਿਆਂ ਦੇ ਸੱਟਾਂ ਵੀ ਲੱਗੀਆਂ, ਜਿਨ੍ਹਾਂ ਨੂੰ ਕਮਿਊਨਿਟੀ ਰੀਜਨਲ ਹਸਪੀਟਲ ਪਹੁੰਚਾਇਆ ਗਿਆ ਹੈਗਾ, ਤੇ ਇੱਕ ਜਾਣੇ ਦੀ ਜਿਹੜੀ ਆ ਸੱਟਾਂ ਲੱਗਣ ਤੋਂ ਬਾਅਦ ਮੌਤ ਹੋ ਗਈ ਹੈਗੀ ਆ। ਬਾਕੀ ਦੋਨੋਂ ਜਾਣੇ ਜਿਹੜੇ ਆ ਹਸਪਤਾਲ ਦੇ ਵਿੱਚ ਰਿਕਵਰ ਕਰ ਰਹੇ ਹੈਗੇ ਆ। ਅਥਾਰਟੀਜ਼ ਨੇ ਕਿਹਾ ਇੱਕ ਬੀਬੀ ਉੱਤੇ ਇਨੋਸੈਂਟ ਬਾਈਸਟੈਂਡਰ ਸੀ, ਜੋ ਕਿ ਟਰੈਸ਼ ਵਗੈਰਾ ਕਲੈਕਟ ਕਰ ਰਹੀ ਸੀ ਜਦੋਂ ਸ਼ੂਟਿੰਗ ਵਾਪਰੀ ਹੈਗੀ ਆ। ਹਜੇ ਵੀ ਜਿਹੜੇ ਪੁਲਿਸ ਵਾਲੇ ਆ ਉਹ ਗਨਮੈਨ ਨੂੰ ਸਰਚ ਕਰ ਰਹੇ ਆ, ਤੇ ਇਨਵੈਸਟੀਗੇਸ਼ਨ ਜਿਹੜੀ ਕੰਟੀਨਿਊਡ ਚੱਲ ਰਹੀ ਹੈ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਸਵਿਮਰ ਕਹਿੰਦੇ ਵੀ ਪੋਸੀਬਲ ਸ਼ਾਰਕ ਐਨਕਾਊਂਟਰ ਤੋਂ ਬਾਅਦ ਦੇ ਵਿੱਚ ਕੈਲੀਫੋਰਨੀਆ ਕੋਸਟ ਦੇ ਨਜ਼ਦੀਕ ਜੋ ਵਾਪਰਿਆ ਸੀ, ਉਸ ਤੋਂ ਬਾਅਦ 'ਚ ਲਾਪਤਾ ਦੱਸਿਆ ਜਿਹੜਾ ਉਹ ਜਾ ਰਿਹਾ ਆ। ਵਿਟਨੈਸ ਜਿਹੜੇ ਉਸ ਟਾਈਮ ਦੇ ਉੱਤੇ ਉੱਥੇ ਮੌਜੂਦ ਸੀ, ਉਹਨਾਂ ਨੇ ਕਿਹਾ ਵੀ ਉਹਨਾਂ ਨੇ ਸ਼ਾਰਕ ਨੂੰ ਪਾਣੀ ਬਰੀਚ ਕਰਦੇ ਹੋਏ ਦੇਖਿਆ ਤੇ ਉਹਦੇ ਮੂੰਹ ਦੇ ਵਿੱਚ ਇੱਕ ਹਿਊਮਨ ਬਾਡੀ ਨੂੰ ਦੇਖਿਆ ਆ। 55 ਸਾਲਾਂ ਦੀ ਅਨਆਇਡੈਂਟੀਫਾਈਡ ਸਵਿਮਰ ਲਵਰ ਪੁਆਇੰਟ ਪੈਸੀਫਿਕ ਗਰੋਵ ਦੇ ਤੋਂ ਜਿਹੜੀ ਉਹ ਲਾਪਤਾ ਦੱਸੀ ਜਿਹੜੀ ਉਹ ਗਈ ਆ। 2 ਜਿਹੜੇ ਵਿਟਨੈਸਿਸ ਆ ਉਹਨਾਂ ਨੇ ਅਧਿਕਾਰੀਆਂ ਨੂੰ ਜਿਹੜਾ ਉਹ ਦੱਸਿਆ ਵੀ ਇਹ ਸ਼ਾਰਕ ਅਟੈਕ ਹੀ ਸਾਨੂੰ ਜਿਹੜਾ ਉਹ ਲੱਗ ਰਿਹਾ ਆ। ਸੋ ਕਹਿੰਦੇ ਵੀ ਇਨਸੀਡੈਂਟ ਨੂੰ ਹੁਣ ਪੋਸੀਬਲ ਸ਼ਾਰਕ ਅਟੈਕ ਦੇ ਤੌਰ ਦੇ ਉੱਤੇ ਇਸ ਦੀ ਜਾਂਚ ਹੋ ਰਹੀ ਹੈਗੀ ਆ। ਇੱਕ ਸਵਿਮ ਕਲੱਬ ਆ ਜੋ ਕਿ ਕਹਿੰਦੇ ਵੀ ਉੱਥੇ ਵੀਕਲੀ ਹਫ਼ਤਾਵਾਰੀ ਜਿਹੜਾ ਤੈਰਾਕੀ ਕਰਦੇ ਆ ਇਸ ਥਾਂ ਦੇ ਉੱਤੇ, ਤੇ ਉਦੋਂ ਇਹ ਘਟਨਾ ਜਿਹੜੀ ਆ ਵਾਪਰੀ ਹੈਗੀ ਆ। ਸੋ ਵੈਸੇ ਵੀ ਅਮਰੀਕਾ ਦੇ ਵਿੱਚ ਕਾਫੀ ਸ਼ਾਰਕ ਅਟੈਕ ਵੱਖ-ਵੱਖ ਕੋਸਟ ਦੇ ਉੱਤੇ ਹੋ ਜਾਂਦੇ ਹੈਗੇ ਆ। ਕੋਸਟ ਗਾਰਡ ਨੇ ਅਜੇ ਤੱਕ ਕਨਫਰਮ ਨਹੀਂ ਕੀਤਾ ਵੀ ਉਹਨਾਂ ਦੀਆਂ ਜਿਹੜੀ ਵਿਟਨੈਸਡ ਸ਼ਾਰਕ ਅਟੈਕ ਆ ਵੀ ਉਹ ਵਾਕਿਆ ਹੀ ਇਸ ਤਰੀਕੇ ਦੇ ਨਾਲ ਵਾਪਰਿਆ ਆ। ਕਹਿੰਦੇ ਵੀ ਅਜੇ ਤੱਕ ਸਾਡੇ ਕੋਲ ਪੂਰੇ ਸੁਰਾਖ ਨਹੀਂ ਹੈਗੇ। ਸੰਡੇ ਦੀ ਸ਼ਾਮ ਨੂੰ 8 ਵਜੇ ਤੱਕ ਜਿਹੜਾ ਸਰਚ ਐਫਰਟ ਆ ਉਹ ਲਾਏ ਗਏ, ਪਰ ਅਜੇ ਤੱਕ ਉਸ ਬੀਬੀ ਦੇ ਬਾਰੇ ਕਹਿੰਦੇ ਵੀ ਕੁਝ ਪਤਾ ਨਹੀਂ ਲੱਗਾ ਹੈਗਾ। ਸੋ ਲਵਰ ਪੁਆਇੰਟ ਦੇ ਉੱਤੇ ਪੈਸੀਫਿਕ ਗਰੋਵ ਦੇ ਵਿੱਚ ਇਹ ਇੱਕ ਸ਼ਾਰਕ ਅਟੈਕ ਵਾਪਰਿਆ ਆ ਕੈਲੀਫੋਰਨੀਆ ਦੇ ਤੱਟ ਦੇ ਨਜ਼ਦੀਕ। ਯੂਐਸ ਦੀ ਜਿਹੜੀ ਸੈਨ ਫਰਾਂਸਿਸਕੋ ਦੀ ਇਮੀਗ੍ਰੇਸ਼ਨ ਕੋਰਟ ਆ, ਉੱਥੇ ਸਿਰਫ 4 ਜੱਜ ਰਹਿ ਗਏ ਆ। ਨਵੇਂ ਲੋਕ ਜਿਹੜੇ ਕੁਝ ਹੋਰ ਡਿਪਾਰਟ ਕਰ ਦਿੱਤੇ ਗਏ ਹੈਗੇ ਆ। ਕਿਸੇ ਟਾਈਮ ਦੇ ਉੱਤੇ ਬਹੁਤ ਵੱਡੀ ਗਿਣਤੀ ਸੀ ਇੱਥੇ ਜੱਜਸ ਦੀ, ਤੇ ਉਹ ਕੇਸ ਵੀ ਬਹੁਤ ਜ਼ਿਆਦਾ ਜਿਹੜੇ ਪਾਸ ਕਰਦੇ ਸੀ। ਸੋ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਉਹ ਜੱਜ ਐਲੀਮੀਨੇਟ ਕਰਤੇ, ਉਹਨਾਂ ਦੀਆਂ ਜੌਬਸ ਐਲੀਮੀਨੇਟ ਕਰਤੀਆਂ, ਜੋ ਕਿ ਜ਼ਿਆਦੇ ਜਿਹੜੇ ਅਸਾਈਲਮ ਐਪਲੀਕੇਸ਼ਨਸ ਨੂੰ ਅਪਰੂਵ ਕਰਦੇ ਸੀ। 2 ਇਮੀਗ੍ਰੇਸ਼ਨ ਜੱਜ ਪਿਛਲੇ ਫਰਾਈਡੇ ਫਾਇਰ ਕਰ ਦਿੱਤੇ ਗਏ। ਅਰਬਨ ਸਵਿੰਕ ਜੋ ਕਿ 9 ਸਾਲਾਂ ਤੋਂ ਜੱਜ ਸੀ, ਤੇ ਡਨੀਸ ਹੰਟਰ ਜੋ ਸੈਕਰਾਮੈਂਟੋ ਬੈਂਚ ਦੇ ਵਿੱਚ 2022 ਚ ਅਪਾਇੰਟ ਕੀਤੀ ਗਈ ਸੀ। 4 ਸੈਨ ਫਰਾਂਸਿਸਕੋ ਦੇ ਜੱਜ ਜਿਹੜੇ ਆ ਉਹ ਰਿਟਾਇਰਮੈਂਟ ਲੈ ਰਹੇ ਹੈਗੇ ਆ। ਉਹਨਾਂ ਨੇ ਅਟਾਰਨੀਜ਼ ਨੂੰ ਇਹ ਦੱਸਿਆ ਵੀ ਉਹਨਾਂ ਦੇ ਉੱਤੇ ਪ੍ਰੈਸ਼ਰ ਬਹੁਤ ਆ। ਹਾਵਰਡ ਡੇਵਿਸ, ਚਾਰਲਸ ਗ੍ਰੀਨ, ਪੈਟਰਿਕ ਓਬਰਾਇਨ ਤੇ ਜੋਸਫ ਪਾਰਕ, ਇਹ ਮਿਲੀ ਐਟਕਸਨ ਜੋ ਡਾਇਰੈਕਟਰ ਆਫ ਇਮੀਗ੍ਰੇਸ਼ਨ ਲੀਗਲ ਡਿਫੈਂਸ, ਉਹਨਾਂ ਨੇ ਦੱਸਿਆ। ਇਹਨਾਂ ਚੋਂ ਕੁਝ ਜੱਜਸ ਦੇ ਨਾਮ ਤੁਸੀਂ ਸੁਣਦੇ ਰਹਿੰਦੇ ਆ ਜਦੋਂ ਅਟਾਰਨੀ ਤਿਰਕੀ ਆਣੇ ਹੁਣੀ ਪ੍ਰੋਗਰਾਮ ਕਰਦੇ ਹੁੰਦੇ ਆ। ਕਈ ਆਪਣੇ ਸਰੋਤੇ ਕਾਲ ਕਰਦੇ ਵੀ ਮੇਰਾ ਕੇਸ ਇਸ ਜੱਜ ਕੋ ਆ। ਸੋ ਇਹਨਾਂ ਜੱਜਾਂ ਦੀ ਜਿਹੜੀ ਛੁੱਟੀ ਕਰ ਦਿੱਤੀ ਗਈ ਹੈਗੀ ਆ। ਸੈਨ ਫਰਾਂਸਿਸਕੋ ਵਿੱਚੋਂ 12 ਸੈਨ ਫਰਾਂਸਿਸਕੋ ਦੇ ਜਿਹੜੇ ਇਮੀਗ੍ਰੇਸ਼ਨ ਜੱਜ ਆ, ਉਹ ਇਸ ਸਾਲ ਦੇ ਵਿੱਚ ਫਾਇਰ ਕੀਤੇ ਗਏ ਹੈਗੇ ਆ।
100 ਤੋਂ ਵੱਧ ਜਿਹੜੇ ਇਮੀਗ੍ਰੇਸ਼ਨ ਜੱਜ ਆ ਉਹਨਾਂ ਨੂੰ ਫੋਰਸ ਕੀਤਾ ਗਿਆ ਵੀ ਆਪਣੀ ਜੌਬ ਜਿਹੜੀ ਆ ਉਹ ਛੱਡ ਕੇ ਚਲੇ ਜਾਓ। ਸੋ ਜੋ ਕਿ 3.4 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਜਿਨ੍ਹਾਂ ਦੇ ਕੇਸ ਪੈਂਡਿੰਗ ਆ। ਸੋ 600 ਦੇ ਕਰੀਬ ਹੁਣ ਜੱਜ ਆ ਪੂਰੇ ਅਮਰੀਕਾ ਦੇ ਵਿੱਚ ਇਸ ਟਾਈਮ ਹੈਗੇ ਆ। ਸੈਨ ਫਰਾਂਸਿਸਕੋ ਕੋਰਟ 'ਚ ਇੱਕ ਟਾਈਮ ਦੇ ਉੱਤੇ 21 ਜੱਜ ਹੁੰਦੇ ਸੀ। ਤੇ ਕਹਿੰਦੇ ਵੀ ਸਭ ਤੋਂ ਬਿਜ਼ੀ ਕੋਰਟ ਸੀ ਇਹ ਨੇਸ਼ਨ ਦੀ, ਜਿੱਥੇ 1,20,000 ਦੇ ਕਰੀਬ ਜਿਹੜੇ ਕੇਸਸ ਆ ਹੈਗੇ ਆ। ਸੈਕਰਾਮੈਂਟੋ ਬੈਂਚ ਨੇ ਵੀ ਜਿਹੜੇ ਜੱਜ ਆ ਉਹ 3 ਜੱਜ ਰਿਮੂਵ ਕਰਦੇ ਆ, ਜਿਨ੍ਹਾਂ ਦੇ ਕੋਲ 30,000 ਦੇ ਕਰੀਬ ਕੇਸ ਸੀਗੇ। ਸੋ ਇਦਾਂ ਦੀ ਸਿਚੁਏਸ਼ਨ ਜਿਹੜੀ ਇਮੀਗ੍ਰੇਸ਼ਨ ਜੱਜਾਂ ਦੀ ਜਿਹੜੀ ਚੱਲ ਰਹੀ ਹੈਗੀ ਆ। ਤੇ ਇਹਦੇ ਨਾਲ ਹੀ ਜੇ ਦੱਸਦੇ ਜਾਈਏ ਵੀ ਐਨਪੀਆਰ ਨੇ ਅੱਜ ਇੱਕ ਬਹੁਤ ਵੱਡੀ ਰਿਪੋਰਟ ਜਿਹੜੀ ਪੇਸ਼ ਕੀਤੀ ਆ, ਜਿਨ੍ਹਾਂ ਨੇ ਕਿਹਾ ਵੀ ਬਹੁਤ ਸਾਰੇ ਜਿਹੜੇ ਨੋ ਸ਼ੋ ਆ ਇਮੀਗ੍ਰੇਸ਼ਨ ਕੋਰਟ 'ਚ, ਬਹੁਤ ਸਾਰੇ ਲੋਕ ਸ਼ੋ ਹੀ ਨਹੀਂ ਹੁੰਦੇ ਹੈਗੇ। ਉਹ ਨੰਬਰ ਬਹੁਤ ਜ਼ਿਆਦਾ ਵੱਧ ਰਹੇ ਹੈਗੇ ਆ। ਤੇ ਇਮੀਗ੍ਰੇਸ਼ਨ ਜੱਜ ਵਾਰਨਿੰਗ ਇਸ਼ੂ ਕਰ ਰਿਹਾ ਵੀ ਜੇ ਤੁਸੀਂ ਨਹੀਂ ਜਾਂਦੇ ਆਪਣੀ ਡੇਟ ਦੇ ਉੱਤੇ, ਪੂਰਾ ਚਾਂਸ ਆ ਵੀ ਤੁਹਾਡਾ ਜਿਹੜਾ ਉਹ ਆਰਡਰ ਕਰ ਦੂਗਾ ਵੀ ਇਹਨਾਂ ਨੂੰ ਰਿਮੂਵ ਕੀਤਾ ਜਾਵੇ। ਕਹਿੰਦੇ ਪਈ ਕੁਛ ਜਿਹੜੇ ਐਲ ਸਾਲਵਾਡੋਰ ਦੇ ਇਮੀਗ੍ਰੈਂਟ ਸੀਗੇ, ਉਹਨਾਂ ਦੀ ਡੇਟ ਦੇ ਸੰਬੰਧ ਦੇ ਵਿੱਚ ਐਨਪੀਆਰ ਵਾਲੇ ਜਿਹੜੇ ਆ ਉਹ ਇੰਟਰਵਿਊ ਕਰ ਰਹੇ ਸੀ। ਵੱਖ-ਵੱਖ ਜਿਹੜੇ ਸੀਨ ਆ, ਵੱਖ-ਵੱਖ ਕੋਰਸ ਤੋਂ ਮਿਲ ਰਹੇ ਹੈਗੇ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਸ਼ੱਕ ਆ ਜਾਂ ਕਈ ਵਾਰੀ ਵਾਪਰਿਆ ਵੀ ਆ ਵੀ ਜਦੋਂ ਤੁਹਾਡੀ ਡੇਟ ਆਉਂਦੀ ਆ ਤੇ ਉੱਥੇ ਆਈਸ ਵਾਲੇ ਜਿਹੜੇ ਆ ਉਹ ਤੁਹਾਨੂੰ ਅਰੈਸਟ ਕਰ ਲੈਂਦੇ ਆ। ਪਰ ਜੱਜਸ ਨੇ ਇਹ ਕਿਹਾ ਵੀ ਜੇ ਹੁਣ ਤੁਸੀਂ ਸ਼ੋ ਅਪ ਨਹੀਂ ਹੋਵੋਗੇ ਤੇ ਤੁਹਾਨੂੰ ਇੱਥੋਂ ਜਿਹੜਾ ਆ ਰਿਮੂਵ ਕਰ ਦਿੱਤਾ ਜਾਊਗਾ। ਇਹ ਵੀ ਪਤਾ ਚੱਲਿਆ ਵੀ ਹੁਣ $3,000 ਤੱਕ ਟਰੰਪ ਐਡਮਿਨਿਸਟ੍ਰੇਸ਼ਨ ਪੈਸੇ ਦੇਣ ਦੀ ਕੋਸ਼ਿਸ਼ ਕਰ ਰਿਹਾ ਵੀ ਜੇ ਤੁਸੀਂ ਆਪਣੇ ਮੁਲਕ ਨੂੰ ਜਾਣਾ ਤੁਹਾਨੂੰ $3,000 ਸੈਲਫ ਤੱਕ ਡੈਪੂਟੇਸ਼ਨ ਦੇ ਉਹਨਾਂ ਨੇ ਜਾਊਗਾ। ਰਾਸ਼ੀ ਕਹਿੰਦੇ ਵੀ ਵਧਾਉਣ ਜਾ ਰਹੇ ਆ, 1000 ਤੋਂ 3000 ਕਰਨ ਜਾ ਰਹੇ ਆ। ਸੋ ਕ੍ਰਿਸਟੀ ਨਿਓਮ ਵੀ ਕਹਿ ਰਹੀ ਸੀ ਵੀ ਆਪਣੇ ਆਪ ਨੂੰ ਨਿਊ ਈਅਰ ਗਿਫਟ ਦਿਓ, ਨਿਊ ਈਅਰ ਦਾ ਗਿਫਟ ਦਿਓ, $3,000 ਲੈ ਕੇ ਸੈਲਫ ਡਿਪੋਰਟ ਜਿਹੜਾ ਕਰੋ, ਕਿਉਂਕਿ ਜੇ ਤੁਸੀਂ ਅਮਰੀਕਾ 'ਚ ਇਲੀਗਲੀ ਆ, ਛੱਡਣਾ ਅਸੀਂ ਤੁਹਾਨੂੰ ਹੈ ਨਹੀਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਚੱਲ ਰਹੀਆਂ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮੋਟਾਪੇ ਦੇ ਇਲਾਜ ਦੇ ਲਈ FDA ਦੇ ਦੁਆਰਾ ਇੱਕ ਜਿਹੜੀ ਪਿੱਲ ਆ ਉਸ ਨੂੰ ਅਪਰੂਵ ਕੀਤਾ ਗਿਆ ਆ। ਵੀਗੋਵੀ ਪਿੱਲ ਕਹਿੰਦੇ ਵੀ ਇੱਕ ਓਰਲ ਮੈਡੀਕੇਸ਼ਨ ਆ ਓਬੈਸਿਟੀ ਨੂੰ, ਮੋਟਾਪੇ ਨੂੰ ਜਿਹੜਾ ਉਹ ਟ੍ਰੀਟ ਕਰਨ ਦੇ ਲਈ। FDA ਦਾ ਅਪਰੂਵਲ ਕਹਿੰਦੇ ਵੀ ਇਸ ਡਰੱਗ ਮੇਕਰ ਨੋਵੋ ਨੋਰਡਿਸਕ ਇਸ ਨੂੰ ਜਿਹੜਾ ਰੇਸ ਦੇ ਵਿੱਚ ਮੋਹਰੇ ਹੌਲੀ-ਹੌਲੀ ਲਿਆ ਸਕਦਾ ਆ। ਸੋ ਜਿਹੜੇ ਲੋਕ ਮੋਟਾਪੇ ਦਾ ਸ਼ਿਕਾਰ ਨੇ, ਹੁਣ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਹੈਲਥ ਕੇਅਰ ਵਾਲੇ ਆ ਉਹ ਇਹ ਦਵਾਈ ਜਿਹੜੀ ਉਹ ਦੇ ਸਕਦੇ ਆ। ਓਜ਼ੈਂਪਿਕ ਆਲਰੇਡੀ ਇੱਕ ਕਾਫੀ ਜਿਹੜੀ ਦਵਾਈ ਆ ਉਹ ਚੱਲ ਰਹੀ ਆ, ਕਾਫੀ ਉਸਦਾ ਨਾਮ ਹੈਗਾ ਆ। ਸੋ US ਦੇ FDA ਨੇ ਅਪਰੂਵਲ ਦੇਣ ਤੋਂ ਬਾਅਦ 'ਚ ਐਲੀ ਲਿਲੀ ਜਿਨ੍ਹਾਂ ਦੀ ਓਜ਼ੈਂਪਿਕ ਹੈਗੀ ਆ, ਉਸ ਨੂੰ ਜਿਹੜਾ ਉਹ ਅੱਗੇ ਕਰ ਦਿੱਤਾ ਆ। GLP-1 ਡਰੱਗਸ ਨੇ ਦੋਨੋਂ ਦੀਆਂ ਦੋਨੋਂ, ਤੇ ਜ਼ਿਆਦਾਤਰ ਕਹਿੰਦੇ ਵੀ ਇੰਜੈਕਟੇਬਲਸ ਹੁੰਦੀਆਂ ਸੀਗੀਆਂ ਪਹਿਲੋਂ, ਜਿਹੜੀ ਟੀਕਾ ਲਾ ਕੇ ਇਸ ਦੇ ਲਈ ਇਲਾਜ ਕੀਤਾ ਜਾਂਦਾ ਸੀ, ਪਰ ਹੁਣ ਇੱਕ ਗੋਲੀ ਦੇ ਰੂਪ ਦੇ ਵਿੱਚ ਉਪਲਬਧ ਜਿਹੜੀ ਉਹ ਹੋਇਆ ਕਰੇਗੀ। 8 ਦੇ ਵਿੱਚੋਂ ਇੱਕ ਅਮਰੀਕਨ ਉਹ ਕਹਿੰਦੇ ਵੀ ਇਸ ਟਾਈਮ ਇੰਜੈਕਟੇਬਲ GLP-1 ਡਰੱਗਸ ਯਾਨੀ ਕਿ ਓਬੈਸਿਟੀ ਨੂੰ ਕੰਟਰੋਲ ਕਰਨ ਵਾਲੀਆਂ ਜਿਹੜੀਆਂ ਦਵਾਈਆਂ ਆ, ਟੀਕੇ ਆ, ਉਹਨਾਂ ਦੀ ਵਰਤੋਂ ਕਰਦੇ ਆ। ਡਾਕਟਰ ਫਾਤਿਮਾ ਕੋਡੀ ਸਟੈਨਫੋਰਡ ਮੈਸਾਚੂਸੇਟ ਜਨਰਲ ਹਸਪੀਟਲ ਦੇ ਓਬੈਸਿਟੀ ਐਕਸਪਰਟ, ਉਹਨਾਂ ਨੇ ਕਿਹਾ ਵੀ ਇਹ ਇੱਕ ਬਹੁਤ ਫਾਇਦੇਮੰਦ ਜਿਹੜੀ ਉਹ ਚੀਜ਼ ਰਹੇਗੀ ਤੇ ਇੱਕ ਡੈਮੋਗ੍ਰਾਫਿਕ ਪੂਰੇ ਦਾ ਪੂਰਾ ਇਹਨਾਂ ਜਿਹੜੇ ਪਿਲਸ ਆ, ਇਹਨਾਂ ਦਵਾਈਆਂ ਦਾ ਜਿਹੜਾ ਉਹ ਫਾਇਦਾ ਚੁੱਕ ਸਕੇਗਾ। ਕਲੀਨਿਕਲ ਟ੍ਰਾਇਲ ਦੇ ਵਿੱਚ ਦੱਸਿਆ ਗਿਆ ਵੀ ਜਿਹੜੇ ਪਾਰਟਿਸਪੈਂਟ ਆ ਜਿਨ੍ਹਾਂ ਨੇ ਇਹ ਦਵਾਈ ਗੋਲੀ ਜਿਹੜੀ ਖਾਧੀ ਆ ਵੀਗੋਵੀ, ਉਹਨਾਂ ਨੇ ਤਕਰੀਬਨ 13.6% ਉਹਨਾਂ ਦੇ ਟੋਟਲ ਬਾਡੀ ਵੇਟ ਦਾ ਜਿਹੜਾ ਉਹਨਾਂ ਨੇ ਲੂਜ਼ ਕੀਤਾ 15 ਮਹੀਨਿਆਂ ਦੇ ਵਿੱਚ, ਜਦ ਕਿ ਜਿਨ੍ਹਾਂ ਨੂੰ ਪਲਸੀਬੋ ਦਿੰਦੇ ਸੀ ਉਹਨਾਂ ਨੇ 2.2%। ਪਲਸੀਬੋ ਬੇਸਿਕਲੀ ਮਿੱਠੀ ਗੋਲੀ ਆਪਾਂ ਜਿਹੜਾ ਉਹ ਕਹਿ ਸਕਦੇ ਹਾਂ। ਸੋ ਐਵਰੇਜ weight loss 15% ਇਹ ਕੰਪਨੀ ਵਾਲੇ ਜਿਹੜੇ ਉਹ ਦੱਸਦੇ ਜਿਹੜੇ ਉਹ ਹੈਗੇ ਆ। ਸੋ ਓਬੈਸਿਟੀ ਦੇ ਇਲਾਜ ਦੇ ਲਈ ਇੱਕ ਨਵੀਂ ਦਵਾਈ ਨੂੰ FDA ਨੇ ਅਪਰੂਵ ਜਿਹੜਾ ਹਰਜੋਤ ਸਿੰਘ ਜੀ ਕਰ ਦਿੱਤਾ ਆ। ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਹੁਣ ਵੀ ਫੱਟੇ ਚੱਕੀ ਜਾਣੇ ਆ ਛਕਣ ਦੇ ਖਾਣ ਦੇ, ਉਹਦਾ ਧਿਆਨ ਫਿਰ ਵੀ ਆਪਾਂ ਜਿਹੜਾ ਨਾਲ ਦੇ ਨਾਲ ਰੱਖਣਾ ਆ, ਜਸਟ ਬਿਕੋਜ਼ ਦਵਾਈ ਅਵੇਲੇਬਲ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕਦਮ 2 ਦਰਜਨ ਦੇ ਕਰੀਬ ਜਿਹੜੇ ਕੈਰੀਅਰ ਐਂਬੈਸਡਰਸ ਆ ਉਹਨਾਂ ਨੂੰ ਰੀਕਾਲ ਕਰ ਲਿਆ ਹੈਗਾ। ਇਹ ਸਾਰਾ ਕੁਝ ਉਹਨਾਂ ਨੇ ਅਮਰੀਕਾ ਫਸਟ ਏਜੰਡਾ ਉਹਦੇ ਤਹਿਤ ਕੀਤਾ ਹੈ ਤੇ ਬਹੁਤ ਸਾਰੇ ਜਿਹੜੇ ਡਿਪਲੋਮੈਟਸ ਆ ਉਹ ਅਪਸੈਟ ਹੈਗੇ ਆ।
ਜਿਹੜਾ ਡਾਇਰੈਕਟਿਵ ਆ ਇਸ ਨੇ ਸਟੇਟ ਡਿਪਾਰਟਮੈਂਟ ਦੇ ਜਿਹੜੇ ਪਰਸਨਲਸ ਆ ਉਹਨਾਂ ਨੂੰ ਕਾਫੀ ਗੁੱਸੇ ਦੇ ਵਿੱਚ ਲਿਆਂਦਾ ਹੈਗਾ। ਜਿਹੜੇ ਕੀ ਲੈਵਲ ਅੰਬੈਸੀਜ਼ ਦੇ ਵਿੱਚ ਕੰਮ ਕਰਦੇ ਸੀ ਉਹ ਐਜ਼ ਏ ਅੰਬੈਸਡਰ ਕੰਮ ਕਰਦੇ ਸੀ। ਸੋ ਜੇ ਉਹਨਾਂ ਨੂੰ ਹੁਣ 90 ਦਿਨਾਂ ਦੇ ਵਿੱਚ ਨਵੀਂ ਜੌਬ ਡਿਪਾਰਟਮੈਂਟ 'ਚ ਨਹੀਂ ਮਿਲਦੀ ਹੈਗੀ ਪਰਸਨਲ ਡਿਪਾਰਟਮੈਂਟ 'ਚ, ਤੇ ਉਹਨਾਂ ਦੇ ਜਿਹੜੀ ਆ ਪੋਜੀਸ਼ਨ ਜਿਹੜੀ ਆ ਉਹ ਖਾਲੀ ਹੋ ਸਕਦੀ ਹੈਗੀ ਆ। ਸੀਨੀਅਰ ਲੈਵਲ ਦੇ ਡਿਪਲੋਮੈਟਸ ਨੂੰ ਕਿਸੇ ਵੀ ਕਾਜ਼ ਤੋਂ ਬਿਨਾਂ ਜਾਂ ਜਸਟੀਫਿਕੇਸ਼ਨ ਤੋਂ ਬਿਨਾਂ ਰਿਮੂਵ ਕਰਨਾ ਇਹ ਇੱਕ ਬਹੁਤ ਖਤਰਨਾਕ ਮੈਸੇਜ ਆ। ਇਹ ਅਮਰੀਕਨ ਫੋਰਨ ਸਰਵਿਸ ਐਸੋਸੀਏਸ਼ਨ ਦੀ ਯੂਨੀਅਨ ਜੋ ਕਿ ਰਿਪਰੈਜ਼ੈਂਟ ਕਰਦੀ ਹੈ ਯੂਐਸ ਡਿਪਲੋਮੈਟਸ ਨੂੰ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਸੋ ਉਹ ਕਹਿੰਦੇ ਆ ਵੀ ਇਹਦਾ ਮਤਲਬ ਇਹ ਆ ਵੀ ਜਿਹੜੇ ਪਬਲਿਕ ਸਰਵੈਂਟਸ ਦੀ ਜਿਹੜੀ ਲਾਇਲਟੀ ਆ ਉਹ ਕੰਟਰੀ ਨੂੰ ਆ, ਉਹ ਇਹ ਨੋ ਲੋਂਗਰ ਇਨਫ ਆ। ਇਹ ਮੇਬੀ ਪ੍ਰੈਜ਼ੀਡੈਂਟ ਨੂੰ ਵੀ ਹੋਣੀ ਚਾਹੀਦੀ ਆ ਜਾਂ ਕਿਸੇ ਪੋਲੀਟੀਕਲ ਪਾਰਟੀ ਨੂੰ ਵੀ ਹੋਣੀ ਚਾਹੀਦੀ ਹੈਗੀ ਆ। ਸੋ ਅੰਬੈਸਡਰ ਜਿਹੜਾ ਪਰਸਨਲ ਰਿਪਰੈਜ਼ੈਂਟੇਟਿਵ ਹੁੰਦਾ ਪ੍ਰੈਜ਼ੀਡੈਂਟ ਦਾ, ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਤੇ ਪ੍ਰੈਜ਼ੀਡੈਂਟ ਦੇ ਕੋਲ ਰਾਈਟ ਹੈਗਾ ਆ ਕਿਹੜੇ ਇੰਡੀਵਿਜੂਅਲ ਨੂੰ ਕਿਹੜੇ ਮੁਲਕ ਦੇ ਵਿੱਚ ਲਾਣਾ ਹੈਗਾ ਆ। ਪਿਛਲੇ ਹਫਤੇ ਦੇ ਸ਼ੁਰੂਆਤ ਤੋਂ ਨੰਬਰ ਆਫ ਅੰਬੈਸਡਰ ਜਿਹੜੇ ਆ ਉਹ ਏਸ਼ੀਆ, ਅਫਰੀਕਾ, ਲੇਟਨ ਅਮਰੀਕਨ ਤੇ ਯੂਰਪੀਅਨ ਕੰਟਰੀ ਦੇ ਵਿੱਚੋਂ ਰਿਮੂਵ ਕਰ ਦਿੱਤੇ ਗਏ ਹੈਗੇ ਆ। ਜੀ, ਰਾਸ਼ਟਰਪਤੀ ਟਰੰਪ ਇਸ ਮੌਕੇ ਅਫੋਰਡੇਬਿਲਿਟੀ ਨੂੰ ਲੈ ਕੇ, ਇਕਨੋਮਿਕ ਪਲਾਨ ਨੂੰ ਲੈ ਕੇ ਲਗਾਤਾਰ ਕਹਿ ਰਹੇ ਆ ਵੀ ਸਭ ਕੁਝ ਭਲਾ ਚੰਗਾ ਚੱਲ ਰਿਹਾ ਹੈਗਾ ਆ। ਪਰ ਜਿਹੜੇ ਲੇਟੈਸਟ ਪੋਲ ਆਏ ਆ ਉਹ ਕੁਝ ਹੋਰ ਚੀਜ਼ ਜਿਹੜੇ ਆ ਉਹ ਦੱਸ ਰਹੇ ਹੈਗੇ ਆ। ਇੱਕ ਨਵੀਂ ਜਿਹੜੀ CBS ਨਿਊਜ਼ ਤੇ YouGov ਪੋਲ ਉਹਨਾਂ ਨੇ ਉਹ ਇਹ ਦੱਸਦੀ ਹੈ ਜਿਹੜੀ ਨਵੀਂ ਪੋਲ ਵੀ 61% US ਦੇ ਜਿਹੜੇ ਅਡਲਟ ਨੇ ਉਹ ਕਹਿੰਦੇ ਆ ਵੀ ਇਸ ਟਾਈਮ ਹਾਲਾਤ ਕੁਝ ਬਾੜੇ ਚੰਗੇ ਨਹੀਂ ਆ ਤੇ ਉਹ ਇਹ ਮੰਨਦੇ ਆ ਵੀ ਪ੍ਰੈਜ਼ੀਡੈਂਟ ਟਰੰਪ ਠੀਕ ਕਰ ਸਕਦੇ ਨੇ ਪ੍ਰਾਈਸ ਤੇ ਇਨਫਲੇਸ਼ਨ। ਮਤਲਬ ਹੀ ਸਾਊਂਡਿੰਗ ਵੇ ਬੈਟਰ ਦੈਨ ਇਟ ਐਕਚੁਅਲੀ ਇਜ਼। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੱਸ ਰਹੇ ਆ। ਅਪਰੂਵਲ ਰੇਟਿੰਗ ਟਰੰਪ ਉਹਨਾਂ ਦੀ ਇਕਨੋਮੀ ਦੇ ਨੂੰ ਲੈ ਕੇ 37% ਦੇ ਉੱਤੇ ਆ ਚੁੱਕੀ ਆ। ਸੋ ਇਹ ਲੇਟੈਸਟ ਪੋਲ 2300 ਅਡਲਟਸ ਦੇ ਵਿਚਾਲੇ ਕੀਤਾ ਗਿਆ ਹੈਗਾ ਆ ਤੇ ਜਿਹੜੇ ਰਿਸਪੋਂਡੈਂਟ ਆ ਉਹ ਇਹ ਮੰਨਦੇ ਆ ਵੀ ਟਰੰਪ ਹੁਣਾਂ ਦੀਆਂ ਮੌਜੂਦਾ ਪਾਲਿਸੀਜ਼ ਜ਼ਿਆਦਾ ਜ਼ਿੰਮੇਵਾਰ ਨੇ ਜਿਹੜੇ ਸਾਬਕਾ ਰਾਸ਼ਟਰਪਤੀ ਬਾਈਡਨ ਦੀ ਜਿਹੜੀ ਆ ਉਹਦੀ ਜ਼ਿੰਮੇਵਾਰੀ ਦੇ ਨਾਲੋਂ, ਜੋ ਇਕਨੋਮੀ ਦਾ ਇਸ ਟਾਈਮ ਹਾਲਾਤ ਬਣੇ ਆ। CPI ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਉਹ ਇਹ ਸਿਗਨਲ ਕਰ ਰਿਹਾ ਹੈ ਵੀ ਇਨਫਲੇਸ਼ਨ ਪਹਿਲਾਂ ਦੇ ਨਾਲੋਂ ਥੋੜੀ ਮੱਧਮ ਪਈ ਹੈਗੀ ਆ 0.1%। ਜੀ, ਅਗਲੀ ਖਬਰ ਵੱਲ ਚੱਲੀਏ ਤੇ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀ ਜਦੋਂ ਬਿਜਲੀ ਗਈ ਆ ਬਹੁਤ ਜ਼ਿਆਦਾ ਜਿਹੜਾ ਲੋਕ ਉਹਦੇ ਨਾਲ ਅਪਸੈਟ ਹੋਏ ਆ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਬਿਜਲੀ ਚਲੇ ਗਈ ਸੀ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਵਾਈਮੋ ਦੀਆਂ ਗੱਡੀਆਂ ਜਿਹੜੀਆਂ ਆ ਉਹ ਮਿਡਲ ਦੇ ਵਿੱਚ ਖੜ ਗਈਆਂ ਕਿਉਂਕਿ ਬਿਜਲੀ ਹੈ ਨਹੀਂ। ਪਰ ਲੋਕ ਇਸ ਕਰਕੇ ਅਪਸੈਟ ਆ ਵੀ ਠੀਕ ਆ ਬਿਜਲੀ ਜਾ ਸਕਦੀ ਆ, ਕੋਈ ਇਸ਼ੂ ਹੋ ਸਕਦਾ, ਪਰ ਘੱਟੋ ਘੱਟ ਤੁਸੀਂ ਇਨਫੋਰਮ ਤਾਂ ਕਰੋ। ਇੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਦੋਂ ਲੋਕਾਂ ਦੀ ਬਿਜਲੀ ਚਲੇ ਜਾਵੇ, ਕਹਿੰਦੇ ਭਈ ਇੱਕ ਹੇਦੀ ਕਿੰਗ ਨਾਮ ਦੀ ਬੀਬੀ ਆ, ਉਹ ਨੀਮਾ ਬਿਲਡਿੰਗ ਜਿਹੜੀ ਨਵੀਂ ਆ 8th ਤੇ 10th ਸਟਰੀਟ ਤੇ ਉੱਥੇ ਉਹਨੇ ਮੂਵ ਹੋਣਾ ਸੀ ਤੇ ਜਦੋਂ ਮੂਵ ਹੋਈ ਕਹਿੰਦੀ ਟੋਟਲੀ ਬਲੈਕ ਆਊਟ ਸੀ ਤੇ ਸਾਡੇ ਕੋਲ ਕੁਝ ਵੀ ਨਹੀਂ ਸੀ, ਨਾ ਇਲੈਕਟ੍ਰਿਸਿਟੀ, ਨਾ ਵਾਟਰ ਤੇ ਨਾ ਵਰਕਿੰਗ ਐਲੀਵੇਟਰ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਸੈਨ ਫਰਾਂਸਿਸਕੋ ਦੇ ਵਿੱਚ ਬਹੁਤ ਉੱਚੀਆਂ ਬਿਲਡਿੰਗਸ ਹੈਗੀਆਂ। ਉਹਦੀ ਜਿਹੜੀ ਅਪਾਰਟਮੈਂਟ ਸੀ ਉਹ 18ਵੀਂ ਬਿਲਡਿੰਗ ਸਟੋਰ ਤੇ ਸੀ। ਹੁਣ ਤੁਸੀਂ ਹਿਸਾਬ ਲਾ ਲਓ ਵੀ ਜਦੋਂ 18ਵੀਂ ਸਟੋਰੀ ਦੇ ਉੱਤੇ ਤੁਸੀਂ ਤੁਹਾਡੀ ਅਪਾਰਟਮੈਂਟ ਹੋਵੇ ਤੇ ਨਾ ਤੁਹਾਡੇ ਕੋਲ ਪਾਣੀ ਹੋਵੇ, ਨਾ ਬਿਜਲੀ ਹੋਵੇ, ਨਾ ਤੁਹਾਡਾ ਐਲੀਵੇਟਰ ਕੰਮ ਕਰਦਾ ਹੋਵੇ ਤੇ ਨਵੇਂ ਮੂਵ ਹੋਏ ਹੋ, ਫ੍ਰਿਜ ਖਾਲੀ ਹੋਵੇ, ਫਿਰ ਬੰਦੇ ਦੀ ਕੀ ਸਿਚੁਏਸ਼ਨ ਹੁੰਦੀ ਹੈਗੀ ਆ। ਸੋ ਸਿਟੀ ਹਾਲ ਵੀ ਜਿਹੜਾ ਕਲੋਜ਼ ਸੀ ਉੱਥੇ ਵੀ ਬਿਜਲੀ ਹੈ ਨਹੀਂ ਸੀ। ਸੋ ਕਾਫੀ ਜ਼ਿਆਦਾ ਜਿਹੜੇ ਲੋਕ ਅਪਸੈਟ ਆ। ਡਿਸਟ੍ਰਿਕਟ 4 ਦੇ ਸੁਪਰਵਾਈਜ਼ਰ ਐਲਨ ਬੋਂਗ ਜੋ ਸਨਸੈਟ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦੇ ਆ, ਉਹ ਕਹਿੰਦੇ ਵੀ ਆਪਾਂ ਇਹਦੇ ਸੰਬੰਧ ਦੇ ਵਿੱਚ ਪਬਲਿਕ ਹੀਅਰਿੰਗ ਕਰਾਂਗੇ। ਤੇ ਰੀਜ਼ਨ ਕੀ ਸੀ ਤੇ ਕਿਉਂਕਿ ਬਿਜਲੀ ਤਾਂ ਚਲੇ ਜਾਂਦੀ ਪਰ ਇੰਨੇ ਲੰਮੇ ਸਮੇਂ ਲਈ ਗਈ ਹੈਗੀ, ਕਾਫੀ ਘੰਟਿਆਂ ਲਈ ਜਿਹੜੀ ਬਿਜਲੀ ਆ ਉਹ ਆਊਟ ਹੋਈ ਸੀ। 5000 ਤੋਂ ਵੱਧ ਅੱਜ ਸਵੇਰੇ ਵੀ ਜਿਹੜੇ ਲੋਕ ਸੀ ਉਹ ਬਿਨਾਂ ਬਿਜਲੀ ਤੋਂ ਸੀ। ਜੀ, ਇਨਫਰਾਸਟ੍ਰਕਚਰ ਕਿਉਂਕਿ ਡਿਪੈਂਡੈਂਟ ਆ ਜੀ ਪੂਰੇ ਦਾ ਪੂਰਾ ਬਿਜਲੀ ਦੇ ਉੱਤੇ, ਇਹਨਾਂ ਸਾਰੀਆਂ ਚੀਜ਼ਾਂ ਦੇ ਇੰਟਰਨੈਟ ਦੇ ਉੱਤੇ, ਤੇ ਉਹਦਾ ਝਲਕਾਰਾ ਆਪਾਂ ਨੂੰ ਵੇਮੋ ਤੋਂ ਨਜ਼ਰ ਆਇਆ ਹੀ ਆ ਤੇ ਲੋਕ ਖਾਸੇ ਜਿਹੜੇ ਉਹ ਪਰੇਸ਼ਾਨ ਹੋਏ ਆ। ਕੁਛ ਵਰੇ ਪਹਿਲਾਂ ਅਮਰੀਕਾ ਦੇ ਜਿਹੜੇ ਇਲੈਕਟ੍ਰਿਕ ਗ੍ਰਿਡ ਦੇ ਉੱਤੇ ਬਾਹਰਲੇ ਮੁਲਕ ਜਿਨ੍ਹਾਂ 'ਚ ਰੂਸ, ਚਾਈਨਾ, ਨਾਰਥ ਕੋਰੀਆ ਵਾਲੇ ਹੈਕਿੰਗ ਕਰਕੇ ਜਾਂ ਉਹਨੂੰ ਜਾਣਬੁੱਝ ਕੇ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਕਰਦੇ ਰਹੇ ਆ। ਸੋ ਇਹ ਵੀ ਇੱਕ ਧਿਆਨ, ਇੱਕ ਨੈਸ਼ਨਲ ਸਿਕਿਉਰਿਟੀ ਦਾ ਇੱਕ ਮਸਲਾ ਇੱਕ ਹਿਸਾਬ ਦੇ ਨਾਲ ਬਣ ਜਾਂਦਾ ਆ।
ਜਦੋਂ ਤੁਹਾਡਾ ਇਨਫਰਾਸਟ੍ਰਕਚਰ ਡਾਵਾਂਡੋਲ ਹੋ ਜਾਵੇ ਕਿਸੇ ਇੱਕ ਚੀਜ਼ ਦੇ ਬੰਦ ਹੋਣ ਦੇ ਨਾਲ। ਸਮਾਂ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ। ਡਾਓ ਜੋਨ ਕਲੋਜ਼ਿੰਗ ਦੇ ਉੱਤੇ 200 ਤੇ 28 ਪੁਆਇੰਟ ਵੱਧ ਕੇ 48,363 ਤੇ ਬੰਦ ਹੋਇਆ। S&P 44 ਪੁਆਇੰਟ ਵੱਧ ਕੇ 6879 ਤੇ। ਨੈਸਡੈਕ 100 ਤੇ 21 ਪੁਆਇੰਟ ਵੱਧ ਕੇ 23,429 ਦੇ ਉੱਤੇ। ਸੋਨੇ ਦਾ ਭਾਅ $4520 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $58 ਪ੍ਰਤੀ ਬੈਰਲ। 10 year yield 4.16%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 88,474 ਤੇ ਇਥੀਰੀਅਮ 3,011 US$ ਦੇ ਬਰਾਬਰ ਚੱਲ ਰਿਹਾ ਹੈ। ਇਸ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ। $1 ਦੇ ਬਰਾਬਰ ਇੰਡੀਆ ਦੇ 99 ਰੁਪਏ ਤੇ 61 ਪੈਸੇ। $1 ਦੇ ਬਰਾਬਰ ਪਾਕਿਸਤਾਨ ਦੇ 280 ਰੁਪਏ ਤੇ 11 ਪੈਸੇ। ਜਿੱਦਾਂ ਦੇ ਰਾਜਕਨਵੀਰ ਸਿੰਘ ਜੀ ਵੈਦਰ ਦੀ ਜ਼ਰੂਰ ਗੱਲ ਕਰਨੀ ਹੈ, ਕਿਉਂਕਿ ਕਾਫੀ ਵੈਦਰ ਖਰਾਬ ਆ। ਸੈਂਟਰਲ ਵੈਲੀ 'ਚ ਕਾਫੀ ਭਾਰੀ ਮੀਂਹ ਪੈਣ ਜਾ ਰਿਹਾ। ਐਗਜ਼ਾਮਪਲਸ ਕੀ ਆ ਵੀ ਫਲੱਡਿੰਗ ਬਹੁਤ ਹੋਈ ਆ ਲੇਕ ਤਾਹੋ ਵਾਲੇ ਏਰੀਅਸ, ਜੋ ਰੈਡਿੰਗ ਦਾ ਏਰੀਆ ਆ, ਸਿਟੀ ਆਫ ਰੈਡਿੰਗ, ਉੱਥੇ ਜਿਹੜਾ ਸੈਕਰਾਮੈਂਟੋ ਰਿਵਰ ਆ ਉਹਨੇ ਕਈ ਘਰ ਡੁੱਬ ਦਿੱਤੇ ਹੈਗੇ। ਲੋਕਾਂ ਦੇ ਘਰ ਬੁਰੀ ਤਰ੍ਹਾਂ ਡੁੱਬੇ ਆ। ਇੱਕ ਜਾਣੀ ਦੀ ਮੌਤ ਵੀ ਹੋ ਚੁੱਕੀ ਹੈਗੀ ਆ। ਮੀਂਹ ਇੰਨੀ ਤੇਜ਼ੀ ਨਾਲ ਪਿਆ, ਕਹਿੰਦੇ ਵੀ ਘੰਟੇ 13 ਇੰਚ ਮੀਂਹ ਪਿਆ ਨਾਰਥ ਵੈਸਟ ਆਫ ਲੇਕ ਤਾਹੋ। ਲੇਕ ਤਾਹੋ ਦਾ ਪਾਣੀ 1 ਫੁੱਟ ਉੱਚਾ ਜਾ ਰਿਹਾ। ਤੁਸੀਂ ਕਿੰਨਾ ਮੀਂਹ ਪਿਆ, 7 ਇੰਚ ਮੀਂਹ ਜਿਹੜਾ ਆ ਉਹ ਰੈਡਿੰਗ ਦੇ ਵਿੱਚ ਪਿਆ ਹੈਗਾ। ਤੇ ਫਲੱਡਿੰਗ ਬਹੁਤ ਹੋਈ ਆ। ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਫਸੇ ਹੋਏ ਆ। ਹੰਬਲਡ ਕਾਉਂਟੀ ਦੇ ਵਿੱਚ ਜਿਹੜਾ ਹਾਈਵੇ 101 ਆ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈਗਾ। ਜੇ ਕੋਈ ਆਪਣੀ ਪੰਜਾਬੀ ਜਾਂ ਸਿੱਖ ਆਰਗੇਨਾਈਜੇਸ਼ਨ ਉਧਰ ਹੈਲਪ ਕਰਦੀ ਹੋਈ ਕਿਸੇ ਤਰ੍ਹਾਂ ਦੀ, ਕਿਉਂਕਿ ਰੈਡਿੰਗ 'ਚ ਵੀ ਆਪਣੇ ਕੁਝ ਬਿਜ਼ਨਸਮੈਨ ਹੈਗੇ, ਮੈਂ ਅੱਜ ਕਾਲ ਵੀ ਕੀਤੀ ਸੀ, ਕੁਦਰਤੀ ਕਹਿੰਦੇ ਵੀ ਸਾਡੇ ਬਿਜ਼ਨਸਸ ਸੇਫ ਆ, ਪਰ ਕੁਛ ਜਿਹੜੇ ਉਹਨਾਂ ਦੇ EMPLOYEE ਸੀ ਉਹਨਾਂ ਦੇ ਘਰ ਡੁੱਬੇ ਹੈਗੇ ਆ। ਕਿਸੇ ਨੇ ਉੱਥੇ ਸਪੋਰਟ ਕਰਨੀ ਹੋਈ ਕਿਸੇ ਤਰ੍ਹਾਂ ਦੀ ਵੀ, ਤੇ ਸਾਨੂੰ ਜਿਹੜੀ ਆ ਉਹ ਪੰਜਾਬੀ ਰੇਡੀਓ USA ਦੇ ਉੱਤੇ ਜ਼ਰੂਰ ਸ਼ੇਅਰ ਕਰ ਲਿਓ ਤੇ ਆਪਾਂ ਅਨਾਉਂਸ ਕਰ ਦਾਂਗੇ। ਅਸੀਂ ਆਪਣੇ ਵੱਲੋਂ ਤਾਂ ਨਹੀਂ ਕਰ ਰਹੇ, ਪਰ ਜੇ ਉਸ ਏਰੀਏ ਦੇ ਜਾਂ ਕੋਈ ਸਿੱਖ ਆਰਗੇਨਾਈਜੇਸ਼ਨ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਇਸ ਫਲੱਡਿੰਗ ਦੇ ਵਿੱਚ ਸਪੋਰਟ ਕਰ ਰਹੀ ਆ ਤੇ ਜ਼ਰੂਰ ਕਰਨਾ ਵੀ ਚਾਹੀਦਾ ਆ। ਕਿਉਂਕਿ ਅੱਜ ਇਹ ਰੈਡਿੰਗ ਦੇ ਵਿੱਚ ਲੇਕ ਤਾਹੋ ਏਰੀਏ 'ਚ ਵਾਪਰਿਆ, ਕੱਲ ਨੂੰ ਕਿਤੇ ਵੀ ਵਾਪਰ ਸਕਦਾ ਹੈ। ਇੱਕ ਹਮੇਸ਼ਾ ਹੀ ਜਿੱਥੇ ਨੈਚੁਰਲ ਡਿਜ਼ਾਸਟਰਾਂ ਦਾ ਸਭ ਤੋਂ ਅੱਗੇ ਹੁੰਦੇ ਆ। ਸਵੇਰੇ ਵੀ ਖਬਰਾਂ ਸਾਂਝੀਆਂ ਕੀਤੀਆਂ ਸੀਆਂ ਕਿਸ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਜਦੋਂ ਅੱਗਾਂ ਲੱਗੀਆਂ ਸੀਆਂ ਸਭ ਤੋਂ ਮੋਹਰੇ ਸਿੱਖ ਸੀ। ਕਿਸ ਤਰ੍ਹਾਂ ਟੈਕਸਸ ਦੇ ਵਿੱਚ ਜਦੋਂ ਫਲੱਡ ਆਏ ਸੀ ਸਭ ਤੋਂ ਅੱਗੇ ਸਿੱਖ ਸੀ। ਕਿਸ ਤਰ੍ਹਾਂ ਲਾਸ ਐਂਜਲਸ ਦੇ ਵਿੱਚ ਅੱਗਾਂ ਲੱਗੀਆਂ ਸਭ ਤੋਂ ਅੱਗੇ ਜਾ ਕੇ ਸਿੱਖਾਂ ਨੇ ਜਿਹੜੀ ਆ ਸਪੋਰਟ ਕੀਤੀ, ਚਾਹੇ ਉਹ ਲੰਗਰ ਦੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਸਪੋਰਟ ਹੈਗੀ ਆ। ਸੋ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜਿਹੜਾ ਮੌਸਮ ਆ ਕਾਫੀ ਖਰਾਬ ਆ। ਹੁਣ ਸੈਂਟਰਲ ਵੈਲੀ 'ਚ ਕਹਿੰਦੇ ਵੀ ਇਹ ਮਿਡਲ ਆਫ ਦਾ ਵੀਕ ਮੀਂਹ ਪੈਣਾ ਹੈ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ। ਜੀ, ਤੇ ਹੁਣ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।